जे सही मैणिਆਂ ਦੇ ਵਿੱਚ ਦੱਸਿਆ ਜਾਵੇ ਉਹ ਕਹਿੰਦੇ 457 ਕੇਸਿਸ ਸਾਹਮਣੇ ਆਏ ਨੇ, ਉਹਦੇ ਵਿੱਚੋਂ 66 ਲੋਕ ਹਸਪੀਟਲ ਦੇ ਵਿੱਚ ਨੇ ਔਰ ਇੱਕ ਦੀ ਮੌਤ ਹੋ ਚੁੱਕੀ। ਜੇ ਕੋਈ ਪਿਆਜ਼ ਸਪਲਾਈ ਕੀਤੇ ਗਏ ਨੇ ਉਹਨਾਂ ਨੂੰ ਖਾ ਕੇ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ। ਉਹ ਕਹਿੰਦੇ ਹੁਣ ਇਕੱਲੇ ਲਾਲ ਨਹੀਂ ਜੀ, ਉਹਨਾਂ ਨਾਲ ਪੀਲੇ ਤੇ ਉਹਨਾਂ ਨਾਲ ਚਿੱਟੇ, ਇਹ ਸਾਰੇ ਪਿਆਜ਼ਾਂ ਦੇ ਵਿੱਚ ਜਿਹੜੀ ਹੈ ਇਹ ਪ੍ਰੋਬਲਮ ਪਾਈ ਜਾ ਰਹੀ ਹੈ ਔਰ ਹੁਣ ਤੱਕ 500 ਦੇ ਕਰੀਬ ਲੋਕ ਬਿਮਾਰ ਹੋ ਚੁੱਕੇ ਨੇ ਔਰ ਦਰਜਨਾਂ ਲੋਕ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਪਏ ਨੇ। BC ਦੀ ਹੈਲਥ ਸਰਵਿਸਿਜ਼ ਹੈ, ਉਹਨਾਂ ਨੇ ਕਿਹਾ ਹੈ, ਉਹ ਕਹਿੰਦੇ ਜੀ ਜੇ ਤੁਹਾਡੇ ਕੋਲੇ ਅਜਿਹੇ ਗੰਢੇ ਹੈਗੇ ਨੇ, ਜੇ ਤੁਹਾਡੇ ਕੋਲ ਅਜਿਹੇ ਪਿਆਜ਼ ਹੈਗੇ ਨੇ ਤਾਂ ਉਹਨਾਂ ਨੂੰ ਅੱਜ ਹੀ ਬਾਹਰ ਸੁੱਟ ਦਿਓ। ਔਰ ਜਦੋਂ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ ਗਈ ਹੋਟਲ ਦੇ ਵੱਲੋਂ ਤਾਂ ਉਸ ਵਕਤ ਰਾਮਾ ਦੇ ਗਲੇ ਦੇ ਉੱਪਰ ਕਾਫੀ ਲੰਬਾ ਕੱਟ ਸੀ, 20 ਸੈਂਟੀਮੀਟਰ ਕੱਟ ਜਿਹੜਾ ਸੀ ਉਹ ਗਲੇ ਤੇ, ਵਾਈਨ ਦੀ ਬੋਟਲ ਸਿਰ ਤੇ। ਇਹ ਦੋਨੋਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਸੀ। ਤੇਜਵੰਤ ਧੰਜੂ ਜਿਹੜੇ 71 ਸਾਲ ਦੇ ਸੀ ਤੇ ਰਾਮਾ ਜਿਹੜੀ ਸੀ ਉਹ 56 ਈਅਰ ਓਲਡ ਸੀ। ਦੋਨੋਂ ਕਲੋਨਾ ਦੇ ਵਿੱਚ ਵਕੇਸ਼ਨ ਤੇ ਗਏ ਹੋਏ ਸੀ। ਆਪਸ ਦੇ ਵਿੱਚ ਤਲਖੀ ਕੁਝ ਜ਼ਿਆਦਾ ਵਧੀ। ਬਹੁਤ ਸਾਰੇ ਉੱਥੋਂ ਦੇ ਜਿਹੜੇ ਵਿਟਨੈਸ ਸੀ, ਆਈ ਵਿਟਨੈਸ, ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਬਹੁਤ ਉੱਚੀ ਉੱਚੀ ਆਵਾਜ਼ਾਂ ਜਿਹੜੀਆਂ ਨੇ ਉਹ ਸੁਣੀਆਂ ਨੇ, ਚੀਕਾਂ ਵੱਜਦੀਆਂ ਸੁਣੀਆਂ ਨੇ। DC ਸੁਪਰੀਮ ਕੋਰਟ ਦੇ ਜੱਜ ਨੇ ਗੱਲ ਕੀਤੀ ਹੈ, ਐਲਿਸਨ ਬੀਨਸ ਨੇ। ਉਹ ਕਹਿੰਦੇ ਇਹ ਇਨਫ ਐਵੀਡੈਂਸ ਹੈ ਜਿਹੜਾ ਕਿ ਦੱਸਦਾ ਹੈ ਕਿ ਇਹ ਮੋਟਿਵ ਦੇ ਨਾਲ, ਇਹ ਮਨਸ਼ਾ ਦੇ ਨਾਲ, ਉਸ ਤੋਂ ਬਾਅਦ ਇਹ ਪਰਪਸਲੀ ਜਿਹੜਾ ਇਹ ਅਟੈਕ ਕੀਤਾ ਗਿਆ ਤੇ ਉਸ ਤੋਂ ਬਾਅਦ ਮਰਡਰ ਕੀਤਾ ਗਿਆ। ਮਿਸਟਰ ਤੇਜਵੰਤ ਧੰਜੂ, ਉਹਨਾਂ ਨੂੰ 12 ਸਾਲਾ ਕੈਦੇ ਬਾਮੁਸ਼ੱਕਤ ਹੋਈ ਹੈ ਜੀ। 12 ਸਾਲਾਂ ਤੋਂ ਬਾਅਦ ਮਿਸਟਰ ਧੰਜੂ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਦੀ ਉਮਰ 83 ਸਾਲਾਂ ਦੀ ਹੋਏਗੀ ਔਰ ਇਹ 12 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਪੈਰੋਲ ਨਹੀਂ ਦਿੱਤੀ ਜਾਏ। ਗੁੱਡ ਮਾਰਨਿੰਗ ਕੈਨੇਡਾ ਐਂਡ ਵੈਲਕਮ ਟੂ ਦ ਮਾਰਨਿੰਗ ਸ਼ੋ। ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਮੇਜ਼ਬਾਨ ਅੰਮ੍ਰਿਤ ਪੱਟੀ। ਦੋਸਤੋ, ਅੱਜ ਦੀ ਤਾਜ਼ਾ ਖਬਰਸਾਰ ਲੈ ਕੇ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ ਜੀ। ਜੇ ਧੂਏਂ ਦੀ ਅਸੀਂ ਗੱਲਬਾਤ ਕਰੀਏ, ਧੂਆਂ ਹਲੇ ਤੱਕ ਵੀ ਸਾਡੇ ਸਾਰੇ ਵਾਤਾਵਰਨ ਦੇ ਵਿੱਚ ਉਸੇ ਤਰੀਕੇ ਹੈ। ਅੱਗਾਂ ਬੁਝਾਉਣ ਦੀ ਕੈਲੀਫੋਰਨੀਆ ਦੇ ਵਿੱਚ, ਆਰਗਨ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ, ਈਵਨ ਕਿ ਸਾਡੇ ਇੱਥੇ ਵੈਨਕੂਵਰ ਦੇ ਵਿੱਚ ਕੱਲ੍ਹ ਜਿਹੜੇ ਪੇੜ ਦੇ ਉੱਪਰ ਅੱਗ ਲੱਗੀ ਸੀ ਉਹਨੂੰ ਵੀ ਬੁਝਾਉਣ ਦੇ ਵਿੱਚ ਪੂਰੀ ਕੋਸ਼ਿਸ਼ ਜਾਰੀ ਹੈ। ਲੇਕਿਨ ਹਲੇ ਵੀ ਹਵਾ ਦਾ ਜਿਹੜਾ ਪੋਲੂਸ਼ਨ ਹੈ, ਪ੍ਰਦੂਸ਼ਣ ਹੈ, ਇਹ ਠੀਕ ਨਹੀਂ ਹੋਇਆ। ਬਟ ਆਪਣਾ ਜ਼ਰੂਰ ਧਿਆਨ ਰੱਖਿਓ। ਗੱਲਬਾਤ ਸ਼ੁਰੂ ਕਰਦੇ ਹਾਂ ਜੀ ਇੱਕ ਖਾਸ ਖਬਰ ਤੋਂ। ਤੁਹਾਨੂੰ ਯਾਦ ਹੋਏਗਾ ਦੋਸਤੋ, ਤਕਰੀਬਨ 2 ਸਾਲ ਪਹਿਲਾਂ ਦੀ ਗੱਲ ਹੈ, 2018 ਦੇ ਵਿੱਚ ਇੱਕ ਨਿਊਜ਼ ਆਈ ਸੀ ਕਿ ਕਲੋਨਾ ਦੇ ਵਿੱਚ ਇੱਕ ਕਪਲ ਜਿਹੜਾ ਗਿਆ ਹੋਇਆ ਸੀ ਔਰ ਉਸ ਰੂਮ ਦੇ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਪੁਲਿਸ ਡਿਪਾਰਟਮੈਂਟ ਵੱਲੋਂ ਜਿਸ ਵਿਅਕਤੀ ਨਾਲ ਉਹ ਔਰਤ ਰਹਿ ਰਹੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕੇਸ ਨੂੰ ਚੱਲਦੇ ਹੋਏ ਤਕਰੀਬਨ 2 ਸਾਲ ਹੋ ਚੱਲੇ ਨੇ। ਵਿਅਕਤੀ ਦਾ ਨਾਮ ਸੀ ਜੀ ਤੇਜਵੰਤ ਧੰਜੂ, ਜਿਹੜੇ ਕਿ 71 ਸਾਲਾਂ ਦੇ ਸੀ ਉਸ ਟਾਈਮ, ਤੇ ਨਾਲ ਔਰਤ ਦਾ ਨਾਮ ਸੀ ਰਾਮਾ ਗੌਰਵਪੁਰਾ। ਇਹ ਦੋਨੋਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਸੀ। ਤੇਜਵੰਤ ਧੰਜੂ ਜਿਹੜੇ 71 ਸਾਲ ਦੇ ਸੀ ਤੇ ਰਾਮਾ ਜਿਹੜੀ ਸੀ ਉਹ 56 ਈਅਰ ਓਲਡ ਸੀ। ਦੋਨੋਂ ਕਲੋਨਾ ਦੇ ਵਿੱਚ ਵਕੇਸ਼ਨ ਤੇ ਗਏ ਹੋਏ ਸੀ। ਆਪਸ ਦੇ ਵਿੱਚ ਤਲਖੀ ਕੁਝ ਜ਼ਿਆਦਾ ਵਧੀ। ਬਹੁਤ ਸਾਰੇ ਉੱਥੋਂ ਦੇ ਜਿਹੜੇ ਵਿਟਨੈਸ ਸੀ, ਆਈ ਵਿਟਨੈਸ, ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਬਹੁਤ ਉੱਚੀ ਉੱਚੀ ਆਵਾਜ਼ਾਂ ਜਿਹੜੀਆਂ ਨੇ ਉਹ ਸੁਣੀਆਂ ਨੇ, ਚੀਕਾਂ ਵੱਜਦੀਆਂ ਸੁਣੀਆਂ ਨੇ। ਔਰ ਜਦੋਂ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ ਗਈ ਹੋਟਲ ਦੇ ਵੱਲੋਂ ਤਾਂ ਉਸ ਵਕਤ ਰਾਮਾ ਦੇ ਗਲੇ ਦੇ ਉੱਪਰ ਕਾਫੀ ਲੰਬਾ ਕੱਟ ਸੀ। ਉਹਦੇ ਸਿਰ ਦੇ ਉੱਪਰ ਵਾਈਨ ਦੀ ਬੋਟਲ ਬਹੁਤ ਜ਼ੋਰ ਦੇ ਨਾਲ ਮਾਰੀ ਗਈ ਸੀ। ਔਰ ਇਹ ਸਾਰੇ ਇਨਸੀਡੈਂਟ ਤੋਂ ਬਾਅਦ ਜਿਹੜਾ ਤੇਜਵੰਤ ਧੰਜੂ ਸੀ ਉੱਥੋਂ ਹੋਟਲ ਤੋਂ ਨਿਕਲ ਕੇ ਉਹਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਦੌਰਾਨ ਉਹ ਇੱਕ ਜਾ ਕੇ ਗਾਰਬੇਜ ਬਿਨ ਦੇ ਬਿਹਾਈਂਡ ਲੁਕਿਆ, ਜਿੱਥੋਂ ਕਿ ਉਸ ਨੂੰ ਬਾਅਦ ਦੇ ਵਿੱਚ ਲੱਭਿਆ ਗਿਆ ਸੀ। 20 ਸੈਂਟੀਮੀਟਰ ਕੱਟ ਜਿਹੜਾ ਸੀ ਉਹ ਗਲੇ ਤੇ, ਵਾਈਨ ਦੀ ਬੋਟਲ ਸਿਰ ਤੇ।
BC ਸੁਪਰੀਮ ਕੋਰਟ ਦੇ ਜੱਜ ਨੇ ਗੱਲ ਕੀਤੀ ਹੈ, ਐਲਿਸਨ ਬੀਨਸ ਨੇ। ਉਹ ਕਹਿੰਦੇ ਇਹ ਇਨਫ ਐਵੀਡੈਂਸ ਹੈ ਜਿਹੜਾ ਕਿ ਦੱਸਦਾ ਹੈ ਕਿ ਇਹ ਮੋਟਿਵ ਦੇ ਨਾਲ, ਇਹ ਮਨਸ਼ਾ ਦੇ ਨਾਲ, ਉਸ ਤੋਂ ਬਾਅਦ ਇਹ ਪਰਪਸਲੀ ਜਿਹੜਾ ਇਹ ਅਟੈਕ ਕੀਤਾ ਗਿਆ ਤੇ ਉਸ ਤੋਂ ਬਾਅਦ ਮਰਡਰ ਕੀਤਾ ਗਿਆ। ਮਿਸਟਰ ਤੇਜਵੰਤ ਧੰਜੂ, ਉਹਨਾਂ ਨੂੰ 12 ਸਾਲਾਂ ਕੈਦੇ ਬਾਮੁਸ਼ੱਕਤ ਹੋਈ ਹੈ ਜੀ। 12 ਸਾਲਾਂ ਤੋਂ ਬਾਅਦ ਮਿਸਟਰ ਧੰਜੂ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਦੀ ਉਮਰ 83 ਸਾਲਾਂ ਦੀ ਹੋਏਗੀ ਔਰ ਇਹ 12 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਪੈਰੋਲ ਨਹੀਂ ਦਿੱਤੀ ਜਾਏਗੀ। ਪਤਾ ਨਹੀਂ ਕਿਉਂ ਇੱਕ ਅਜੀਬ ਜਿਹੀ ਗੱਲਬਾਤ ਹੈ। ਡੋਮੈਸਟਿਕ ਵਾਇਲੈਂਸ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਘੱਟ ਨਹੀਂ ਹੈ। ਹਾਂ, ਇਹ ਗੱਲਾਂ ਜ਼ਰੂਰ ਨੇ ਕਿ ਦੂਜੀਆਂ ਕਮਿਊਨਿਟੀਜ਼ ਦੀ ਤਰ੍ਹਾਂ ਸਾਡੀਆਂ ਜਿਹੜੀਆਂ ਘਰਾਂ ਦੀਆਂ ਗੱਲਾਂ ਨੇ ਉਹ ਬਾਹਰ ਨਹੀਂ ਆਉਂਦੀਆਂ, ਕਿਉਂਕਿ ਧੀਆਂ ਧਿਆਣੀਆਂ ਨੂੰ ਸਿਖਾਇਆ ਹੀ ਇਹ ਜਾਂਦਾ ਹੈ। ਲੇਕਿਨ ਇਹ ਜੇ ਡੋਮੈਸਟਿਕ ਵਾਇਲੈਂਸ ਵਾਲੇ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਹੋਈਆਂ ਔਰਤਾਂ ਆਪਣਾ ਸਟੈਪ ਫਾਰਵਰਡ ਕਿਉਂ ਨਹੀਂ ਕਰਦੀਆਂ? ਕਿਉਂ ਆਪਣੇ ਘਰੋਂ ਬਾਹਰ ਨਿਕਲ ਕੇ ਦੱਸਦੀਆਂ ਨਹੀਂ ਵੀ ਉਹ ਅਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੀਆਂ ਨੇ? ਕਿਉਂ ਉਹ ਹੋਰ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੀਆਂ ਜਦੋਂ ਤੱਕ ਕਿ ਇਹ ਜਿਹੀ ਸਿਚੁਏਸ਼ਨ ਨਹੀਂ ਆ ਜਾਂਦੀ? ਔਰ ਕਈ ਵਾਰੀ ਅਜਿਹੀ ਸਿਚੁਏਸ਼ਨ ਤੱਕ ਟੂ ਲੇਟ ਹੋ ਜਾਂਦਾ। ਵੈਸੇ ਇਹ ਨਿਊਜ਼ ਦਾ ਮਕਸਦ ਸਿਰਫ ਔਰ ਸਿਰਫ ਤੁਹਾਨੂੰ ਦੱਸਣਾ ਨਹੀਂ ਸੀ। ਨਿਊਜ਼ ਦਾ ਮਕਸਦ ਇੱਕ ਹੋਰ ਵੀ ਹੈ। ਜਿਹੜਾ ਇਹ ਡੋਮੈਸਟਿਕ ਵਾਇਲੈਂਸ ਦਾ ਸਰਕਲ ਹੈ, ਇਹ ਜਿਹੜਾ ਸਾਈਕਲ ਚੱਲਦਾ ਹੈ, ਇਹ ਖਤਮ ਹੋਣ ਵਾਲਾ ਨਹੀਂ ਹੁੰਦਾ। ਇਹ ਇੱਕ ਵਾਰੀ ਲੜਾਈ ਹੋਈ, ਹੌਲੀ ਹੌਲੀ ਵੱਧਦੀ ਚਲੀ ਗਈ। ਉਸ ਤੋਂ ਬਾਅਦ ਲੜਾਈ ਜਿਹੜੀ ਬਹੁਤ ਜ਼ਿਆਦਾ ਹੋਈ, ਫਿਰ ਉਸ ਤੋਂ ਬਾਅਦ ਹਨੀਮੂਨ ਪੀਰੀਅਡ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਦੁਬਾਰਾ ਐਂ ਲੱਗਿਆ ਜੀ ਅਸੀਂ ਬਿਲਕੁਲ ਠੀਕ ਹਾਂ। ਲੇਕਿਨ ਅਗਲੀ ਵਾਰ ਜਦੋਂ ਲੜਾਈ ਹੁੰਦੀ ਹੈ ਉਹ ਪਹਿਲੀ ਵਾਰੀ ਨਾਲੋਂ ਜ਼ਿਆਦਾ ਘਾਤਕ ਹੁੰਦੀ ਹੈ ਔਰ ਅਲਟੀਮੇਟਲੀ ਐਂਡ ਇਹ ਜਿਹੀਆਂ ਚੀਜ਼ਾਂ ਦਾ ਇੱਥੇ ਜਾ ਕੇ ਹੁੰਦਾ। ਪਹਿਲੀ ਗੱਲ ਰਾਮਾ ਜਿਨ੍ਹਾਂ ਨੇ ਆਪਣੀ ਜਾਨ ਗਵਾਤੀ, ਤੇ ਦੂਸਰੀ ਗੱਲ ਮਿਸਟਰ ਧੰਜੂ ਜਿਹੜੇ ਕਿ ਓਲਡ ਏਜ ਦੇ ਵਿੱਚ ਹੁਣ ਜੇਲ੍ਹ ਕੱਟਣਗੇ 83 ਸਾਲਾਂ ਤੱਕ। ਵੈਲ ਆਈ ਵਿਸ਼ ਕਿ ਇਹਨੂੰ ਪਹਿਲਾਂ ਸੋਰਟ ਆਊਟ ਕਰ ਲਿਆ ਗਿਆ ਹੁੰਦਾ। ਐਨੀਹਾਓ ਅੱਗੇ ਚੱਲਦੇ ਹਾਂ ਦੋਸਤੋ। ਅੱਜ ਦੀ ਦੂਸਰੀ ਜਿਹੜੀ ਖਬਰਸਾਰ ਹੈ ਉਹਦੇ ਵੱਲ। ਗੰਢਿਆਂ ਤੋਂ ਬਿਨਾਂ, ਪਿਆਜ਼ਾਂ ਤੋਂ ਬਿਨਾਂ ਸਾਡੇ ਘਰ ਦੇ ਵਿੱਚ ਸਬਜ਼ੀ ਨਹੀਂ ਬਣਦੀ ਔਰ ਸਾਡੇ ਪੰਜਾਬੀ ਜਿਹੜੀਆਂ ਸਾਡੀ ਇੰਡੀਅਨ ਫੈਮਲੀਜ਼ ਹੈ ਉੱਥੇ ਪਿਆਜ਼ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਯੂਜ਼ ਹੁੰਦੇ ਨੇ। ਪਹਿਲਾਂ ਵੀ ਇੱਕ ਵਾਰੀ ਖਬਰ ਆਈ ਸੀ ਕਿ ਜਿਹੜੇ ਲਾਲ ਗੰਢੇ ਨੇ, ਲਾਲ ਪਿਆਜ਼ ਨੇ, ਉਹਨਾਂ ਦੇ ਵਿੱਚ ਜਿਹੜੀ ਹੈ ਸੈਲਮੋਨੀਲਾ ਦੀ ਬਿਮਾਰੀ ਜਿਹੜੀ ਹੈ ਉਹ ਪਾਈ ਜਾ ਰਹੀ ਹੈ। ਹੁਣ ਫਿਰ ਤੋਂ ਖਬਰ ਆਈ ਹੈ, ਉਹ ਕਹਿੰਦੇ ਹੁਣ ਇਕੱਲੇ ਲਾਲ ਨਹੀਂ ਜੀ, ਉਹਨਾਂ ਨਾਲ ਪੀਲੇ ਤੇ ਉਹਨਾਂ ਨਾਲ ਚਿੱਟੇ, ਇਹ ਸਾਰੇ ਪਿਆਜ਼ਾਂ ਦੇ ਵਿੱਚ ਜਿਹੜੀ ਹੈ ਇਹ ਪ੍ਰੋਬਲਮ ਪਾਈ ਜਾ ਰਹੀ ਹੈ। ਤੁਸੀਂ ਇੱਕ ਬਹੁਤ ਜ਼ਿਆਦਾ ਧਿਆਨ ਨਾਲ ਗੱਲ ਜਿਹੜੀ ਹੈ ਉਹ ਸੁਣੋ। ਉਹ ਕਹਿੰਦੇ ਥਾਮਸ ਇੰਟਰਨੈਸ਼ਨਲ ਇਨਕਾਰਪੋਰੇਸ਼ਨ। ਸੋ ਇੱਕ ਵਾਰੀ ਦੁਬਾਰਾ ਦੱਸਦੀ ਹਾਂ ਜੀ, ਥਾਮਸ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਥਾਮਸਨ, ਇਹ ਬੇਕਰਸਫੀਲਡ ਦੀ ਕੰਪਨੀ ਹੈ ਜਿਹਦੇ ਵੱਲੋਂ ਜੇ ਕੋਈ ਪਿਆਜ਼ ਸਪਲਾਈ ਕੀਤੇ ਗਏ ਨੇ ਉਹਨਾਂ ਨੂੰ ਖਾ ਕੇ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ। ਔਰ ਹੁਣ ਤੱਕ 500 ਦੇ ਕਰੀਬ ਲੋਕ ਬਿਮਾਰ ਹੋ ਚੁੱਕੇ ਨੇ ਔਰ ਦਰਜਨਾਂ ਲੋਕ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਪਏ ਨੇ। ਜੇ ਸਹੀ ਮਾਇਨਿਆਂ ਦੇ ਵਿੱਚ ਦੱਸਿਆ ਜਾਵੇ, ਉਹ ਕਹਿੰਦੇ 457 ਕੇਸਿਸ ਸਾਹਮਣੇ ਆਏ ਨੇ, ਉਹਦੇ ਵਿੱਚੋਂ 66 ਲੋਕ ਹਸਪੀਟਲ ਦੇ ਵਿੱਚ ਨੇ ਔਰ ਇੱਕ ਦੀ ਮੌਤ ਹੋ ਚੁੱਕੀ ਹੈ। BC ਦੀ ਹੈਲਥ ਸਰਵਿਸਿਜ਼ ਹੈ, ਉਹਨਾਂ ਨੇ ਕਿਹਾ ਹੈ, ਉਹ ਕਹਿੰਦੇ ਜੀ ਜੇ ਤੁਹਾਡੇ ਕੋਲੇ ਅਜਿਹੇ ਗੰਢੇ ਹੈਗੇ ਨੇ, ਜੇ ਤੁਹਾਡੇ ਕੋਲ ਅਜਿਹੇ ਪਿਆਜ਼ ਹੈਗੇ ਨੇ ਤਾਂ ਉਹਨਾਂ ਨੂੰ ਅੱਜ ਹੀ ਬਾਹਰ ਸੁੱਟ ਦਿਓ। ਉਸ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਹੱਥ ਧੋ ਤੇ ਉਹ ਜਗ੍ਹਾ ਜਿਹੜੀ ਹੈ ਉਹਨੂੰ ਵੀ ਕਲੀਨ ਕਰੋ। ਦੋਸਤੋ ਜੇ ਪਿਆਜ਼ਾਂ ਦੀ ਗੱਲ ਕੀਤੀ ਜਾਵੇ ਨਾ ਤਾਂ ਕੋਈ ਬਹੁਤ ਜ਼ਿਆਦਾ ਮਹਿੰਗੀ ਚੀਜ਼ ਨਹੀਂ ਹੈ। ਇੱਕ ਛੋਟੀ ਬੋਰੀ ਜਿਹੜੀ ਹੈ $2-2.5 ਦੀ, $3-4 ਦੀ ਆ ਜਾਂਦੀ ਹੈ। ਜੇ ਅੱਜ ਤੁਹਾਡੇ ਕੋਲੇ ਰੈਪਿੰਗ ਪੇਪਰ ਨਹੀਂ ਹੈ, ਤੁਹਾਨੂੰ ਇਹ ਪਤਾ ਨਹੀਂ ਹੈ ਕਿ ਇਹ ਪਿਆਜ਼ ਜਿਹੜੇ ਨੇ ਕਿੱਥੋਂ ਆਏ ਨੇ, ਕਿ ਇਹ ਸੱਚੀ ਮੁੱਚੀ ਬੇਕਰਸਫੀਲਡ ਕੈਲੀਫੋਰਨੀਆ ਦੇ ਪਿਆਜ਼ ਤਾਂ ਨਹੀਂ ਹੈਗੇ। ਕਿਉਂਕਿ ਹੈਲਥ ਕੈਨੇਡਾ ਦੀ ਗੱਲ ਕੀਤੀ ਹੈ, ਉਹ ਕਹਿੰਦੇ ਵੀ ਜਿੰਨੇ ਪਿਆਜ਼ ਇੱਥੇ ਆਏ ਕੈਨੇਡਾ ਵਿੱਚ ਉਹ ਤਾਂ ਸਾਰੇ ਡਿਸਟਰੀਬਿਊਟ ਹੋ ਚੁੱਕੇ ਨੇ। ਹੁਣ ਇੱਕ ਨੂੰ ਤਾਂ ਅਸੀਂ ਲੱਭ ਨਹੀਂ ਸਕਦੇ ਹੈ ਵੀ ਫਲਾਣਿਆ ਤੂੰ ਪਿਆਜ਼ ਖਰੀਦੇ ਕਿ ਨਹੀਂ ਖਰੀਦੇ। ਸੋ ਇਸ ਕਰਕੇ ਮੈਂ ਤਾਂ ਸਿਰਫ ਇਹੀ ਕਹਿ ਸਕਦੀ ਹਾਂ, ਜੇ ਆ ਸਾਡੇ ਕੋਲ ਪਿਆਜ਼ ਹੈਗੇ ਨੇ ਤਾਂ
ਅਗਲੀ ਵਾਰੀ ਬਹੁਤ ਜ਼ਿਆਦਾ ਧਿਆਨ ਨਾਲ ਬਾਏ ਕੀਤੇ ਜਾਣ। ਇਸ ਵਾਰੀ ਸੁੱਟਣ ਦੇ ਵਿੱਚ ਕੋਈ ਹਰਜ਼ ਸਾਨੂੰ ਹੋਣਾ ਨਹੀਂ ਚਾਹੀਦਾ, ਕਿਉਂਕਿ ਜੇ ਇਹ ਸਾਡੀ ਸਿਹਤ ਦੇ ਲਈ ਘਾਤਕ ਸਾਬਿਤ ਹੋ ਸਕਦੇ ਨੇ ਤਾਂ ਇਹਨਾਂ ਨੂੰ ਯੂਜ਼ ਕਰਨਾ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਇਹਨਾਂ ਨਾਲ ਪੇਟ ਖਰਾਬ ਹੁੰਦਾ, ਡਾਇਰੀਆ ਹੋ ਜਾਂਦਾ, ਉਸ ਤੋਂ ਬਾਅਦ ਇਹ ਵੱਧਦਾ ਇਸ ਤਹਿ ਤੱਕ ਚਲਿਆ ਜਾਂਦਾ ਕਿ ਸਾਨੂੰ ਹਸਪੀਟਲਾਈਜ਼ ਹੋਣਾ ਹੀ ਪੈਂਦਾ। ਸੋ ਗੁਜ਼ਾਰਿਸ਼ ਹੈ ਜੀ ਕਿ ਜੇ ਤੁਹਾਡੇ ਕੋਲ ਅੱਜ ਗੰਢੇ ਪਏ ਨੇ, ਜੇ ਨਹੀਂ ਪਤਾ ਕਿੱਥੋਂ ਆਏ ਨੇ ਤਾਂ ਸੁੱਟੇ ਜਾ ਸਕਦੇ ਨੇ। ਆਈ ਥਿੰਕ ਸੋ। ਵੈਲ ਇਹਨਾਂ ਨੂੰ ਰੀਕਾਲ ਕਰ ਲਿਆ ਗਿਆ। ਜਿੰਨੇ ਵੀ ਹੋਰ ਸਾਰੇ ਨੇੜੇ ਤੇੜੇ ਸਟੋਰਾਂ ਦੇ ਵਿੱਚ ਅਵੇਲੇਬਲ ਹੋਣਗੇ, ਹੋ ਸਕਦਾ ਹੁਣ ਤੁਹਾਨੂੰ ਨਾ ਮਿਲਣ, ਲੇਕਿਨ ਪਹਿਲਾਂ ਮਿਲੇ ਹੋਣ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਵੈਲ ਦੋਸਤੋ, ਜੇ ਅਗਲੀ ਖਬਰਸਾਰ ਦੇ ਵੱਲ ਚੱਲਦੇ ਹਾਂ ਜੀ। ਅਗਲੀ ਖਬਰਸਾਰ ਸਾਡੇ ਕੋਲੇ ਬਹੁਤ ਵਧੀਆ। ਗਰਮੀਆਂ ਦੇ ਦਿਨਾਂ ਦੇ ਵਿੱਚ, ਫਾਲ ਦੇ ਸੀਜ਼ਨ ਦੇ ਵਿੱਚ ਐਂਡ ਇਸ ਤੋਂ ਬਾਅਦ ਫਿਰ ਵਿੰਟਰ ਸੀਜ਼ਨ ਦੇ ਵਿੱਚ ਕੈਨੇਡੀਅਨਸ ਨੇ ਜਿਹੜੇ ਉਹ ਠੰਡ ਦੇ ਮੌਸਮ ਦੇ ਵਿੱਚ ਰਹਿੰਦੇ ਨੇ। ਹੁਣ ਸਰਦੀ ਸ਼ੁਰੂ ਹੋ ਗਈ ਹੈ ਔਰ ਇਸ ਤੋਂ ਬਾਅਦ ਸੂਰਜ ਵੀ ਘੱਟ ਨਿਕਲਦਾ। ਸਾਡੇ ਕੋਲ ਇੱਕੋ ਇੱਕ ਆਪਸ਼ਨ ਹੁੰਦੀ ਹੈ ਕਿ ਜਹਾਜ਼ ਫੜੀਏ ਤੇ ਮੈਕਸੀਕੋ ਵਾਲੀ ਸਾਈਡ ਜਾਂ ਸਾਊਥ ਅਮਰੀਕਾ ਦੇ ਵਿੱਚ ਕਿਤੇ ਵੀ ਚਲੇ ਜਾਈਏ। ਪੈਂਡੈਮਿਕ ਦੇ ਕਰਕੇ ਸਾਰੇ ਜਹਾਜ਼ ਬੰਦ ਸੀ, ਕਿਤੇ ਅਸੀਂ ਜਾ ਨਹੀਂ ਸਕੇ। ਲੇਕਿਨ ਵੈਸਟ ਜੈਟ ਨੇ ਇੱਕ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਹੈ। ਉਹ ਕਹਿੰਦੇ ਫਾਲ ਸੀਜ਼ਨ ਜਿਹੜਾ ਸਾਡਾ ਹੈ ਉਹ 1 ਵੀਕ ਤੋਂ ਬਾਅਦ ਸ਼ੁਰੂ ਹੋ ਰਿਹਾ। ਬਹੁਤ ਸਾਰੇ ਕੈਨੇਡੀਅਨਸ ਵੇਟ ਕਰਦੇ ਹੋਣੇ ਆ ਕਿ ਅਸੀਂ ਬਾਹਰ ਜਾਣਾ। ਉਹ ਕਹਿੰਦੇ ਅਸੀਂ ਜਹਾਜ਼ ਚਲਾਉਣੇ ਸ਼ੁਰੂ ਕਰਤੇ ਨੇ। ਉਹ ਕਹਿੰਦੇ ਤੁਸੀਂ ਜਿੱਥੇ ਜਿੱਥੇ ਵੀ ਜਾਣਾ ਸਾਡੇ ਕੋਲੇ ਪਹਿਲਾਂ ਜਿੰਨਾ ਸਕੈਜੂਅਲ ਤਾਂ ਨਹੀਂ ਹੋਏਗਾ, ਅਸੀਂ ਇੰਨੀ ਜ਼ਿਆਦਾ ਵੱਡੇ ਸਕੈਜੂਅਲ ਦੇ ਨਾਲ ਤਾਂ ਨਹੀਂ ਚਲਾਵਾਂਗੇ, ਲੇਕਿਨ ਫਿਰ ਵੀ ਅਸੀਂ ਜਿਹੜੀਆਂ ਫਲਾਈਟਸ ਸ਼ੁਰੂ ਕੀਤੀਆਂ ਨੇ ਉਹ ਕੈਲਗਰੀ ਤੋਂ ਕੈਨਕੂਨ ਜਾ ਸਕਦੇ ਹੋ, ਤੁਸੀਂ ਕੈਲਗਰੀ ਤੋਂ ਪੁਰਤੋ ਵਲਾਰਤਾ ਜਾ ਸਕਦੇ ਹੋ, ਤੁਸੀਂ ਕੈਬੋ ਸਨ ਲੂਕਸ ਜਾ ਸਕਦੇ ਹੋ, ਉਸ ਤੋਂ ਬਾਅਦ ਫੀਨਿਕਸ ਤੇ ਪਾਮ ਸਪ੍ਰਿੰਗ ਜਾ ਸਕਦੇ ਹੋ। ਉਹ ਕਹਿੰਦੇ ਇਹ ਫਲਾਈਟਸ ਦੇ ਵਿੱਚ ਬਿਲਕੁਲ ਦੇਖਿਆ ਜਾਏਗਾ ਕਿ ਤੁਹਾਡੇ ਮਾਸਕ ਜਿਹੜੇ ਨੇ ਉਹ ਪਾਏ ਹੋਣ। ਕੋਈ ਵੀ ਬਿਨਾਂ ਮਾਸਕ ਤੋਂ ਨਹੀਂ ਚੜ੍ਹ ਸਕੇਗਾ, ਬਿਨਾਂ ਮਾਸਕ ਤੋਂ ਨਹੀਂ ਬੈਠ ਸਕੇਗਾ। ਇਹ 2 ਸਾਲ ਤੱਕ ਹੈ। 2 ਸਾਲ ਤੋਂ ਵੱਡੇ ਬੱਚੇ ਜਿਹੜੇ ਨੇਗੇ ਉਸ ਤੋਂ ਬਾਅਦ ਮਾਸਕ ਸ਼ੁਰੂ ਹੁੰਦੇ ਨੇ। 2 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਉਹ ਇਸ ਤੋਂ ਐਗਜ਼ੈਂਪਟ ਹੁੰਦੇ ਆ। ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਧਿਆਨ ਦੇ ਨਾਲ ਪ੍ਰੀਕਾਸ਼ਨਸ ਦੇ ਨਾਲ ਇਹ ਟ੍ਰਿਪ ਲੈ ਕੇ ਜਾਵਾਂਗੇ। ਇਹ ਫਲਾਈਟ ਜਿਹੜੀ ਹੈ ਇਹ ਕਨੈਕਟਡ ਨਹੀਂ ਹੋਏਗੀ, ਇਹ ਡਾਇਰੈਕਟ ਜਿਹੜੀ ਹੈ ਉਸ ਜਗ੍ਹਾ ਦੇ ਉੱਪਰ ਪਹੁੰਚੇਗੀ। ਸੋ ਤੁਸੀਂ ਇੱਥੋਂ ਕੈਲਗਰੀ ਤੋਂ ਬੈਠੇ ਤੁਸੀਂ ਡਾਇਰੈਕਟ ਜਿਹੜਾ ਉਹ ਕੈਨਕੂਨ ਪਹੁੰਚ ਸਕਦੇ ਹੋ। ਉਸ ਤੋਂ ਬਾਅਦ ਇਕੱਲਾ ਕੈਲਗਰੀ ਨਹੀਂ ਜੀ, ਉਹਨਾਂ ਨੇ ਇਹ ਵੀ ਕਿਹਾ ਹੈ ਕਿ ਟੋਰਾਂਟੋ ਦੇ ਰਹਿਣ ਵਾਲੇ ਜਿੰਨੇ ਵੀ ਲੋਕ ਨੇ ਉਹ ਵੀ ਤਿਆਰ ਰਹਿਣ। ਸਾਡੀਆਂ ਫਲਾਈਟਸ ਜਿਹੜੀਆਂ ਨੇ ਉਹ ਟੋਰਾਂਟੋ ਤੋਂ ਵੀ ਚੱਲਣਗੀਆਂ। ਟੋਰਾਂਟੋ ਤੋਂ ਉਹ ਕਹਿੰਦੇ ਵੀ ਸਾਡੇ ਕੋਲੇ ਜਮੈਕਾ, ਕੈਨਕੂਨ, ਮੌਂਟੇਗੋ ਬੇ ਐਂਡ ਕਿੰਗਸਟਨ, ਇਹ ਸਾਰੀ ਜਗ੍ਹਾ ਤੋਂ ਕਹਿੰਦੇ ਅਸੀਂ ਫਲਾਈਟ ਜਿਹੜੀ ਹੈ ਲੈ ਕੇ ਜਾਵਾਂਗੇ ਤੇ ਲੈ ਕੇ ਆਵਾਂਗੇ। ਉਹਨਾਂ ਦਾ ਕਹਿਣਾ ਇਹ ਹੈ ਕਿ ਅੱਗੇ ਨਾਲੋਂ ਪੈਂਡੈਮਿਕ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਹੈ। ਜਿਹੜਾ ਇਕੋਨਮੀ ਚੱਲਣੀ ਸ਼ੁਰੂ ਹੋ ਗਈ ਹੈ। ਇਕੋਨਮੀ ਜਦੋਂ ਚੱਲ ਰਹੀ ਹੈ ਤਾਂ ਸਾਨੂੰ ਵੀ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿਜ਼ਨੈਸਿਸ ਜਿਹੜੇ ਨੇ ਉਹ ਸਾਊਥ ਅਮਰੀਕਾ ਦੇ ਵਿੱਚ ਹੈਗੇ ਨੇ, ਉਹ ਉੱਥੇ ਜਾਣਾ ਚਾਹੁੰਦੇ ਹੋਣਗੇ। ਇਸ ਕਰਕੇ ਅਸੀਂ ਇਹ ਜਿਹੜੀਆਂ ਫਲਾਈਟਸ ਨੇ ਇਹ ਸ਼ੁਰੂ ਕੀਤੀਆਂ ਨੇ। ਦੋਸਤੋ, ਇਹ ਖਬਰਸਾਰ ਤਾਂ ਸੀ ਵੈਸਟ ਜੈਟ ਦੀ, ਲੇਕਿਨ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦੀ ਹਾਂ। ਸਾਡੀ ਸਰਕਾਰ ਤੋਂ, ਕੈਨੇਡੀਅਨ ਸਰਕਾਰ ਤੋਂ ਹਲੇ ਵੀ ਐਡਵਾਈਜ਼ਰੀ ਜਾਰੀ ਹੈ ਕਿ ਨਾਨ ਅਸੈਂਸ਼ੀਅਲ ਟਰੈਵਲ ਦੇ ਵਾਸਤੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਨਾ ਜਾਓ। ਜੇ ਅਸੈਂਸ਼ੀਅਲ ਹੈ ਤਾਂ ਹੋ ਸਕਦਾ ਜੇ ਉਹ ਕੰਟਰੀ ਅਸੈਪਟ ਕਰਦੀ ਹੈ, ਲੇਕਿਨ ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਜੇ ਤੁਸੀਂ ਬਾਹਰ ਜਾਓਗੇ ਨਾ, ਜਦੋਂ ਵਾਪਸ ਆਓਗੇ 14 ਦਿਨਾਂ ਦਾ ਕੁਆਰੰਟੀਨ ਕਰਨਾ ਹੀ ਪੈਣਾ। ਸੋ ਜੇ ਨਾ ਕੀਤਾ ਤਾਂ ਸਜ਼ਾਵਾਂ ਬਹੁਤ ਵੱਡੀਆਂ ਨੇ। ਪਹਿਲੀ ਵਾਰੀ ਜਿਹੜੀ ਟਿਕਟ ਮਿਲ ਸਕਦੀ ਹੈ ਉਹਦੇ ਵਿੱਚ $7.5 ਲੱਖ ਫਾਈਨ ਤੇ ਨਾਲ 6 ਮਹੀਨੇ ਦੀ ਸਜ਼ਾ, ਤੇ ਦੂਸਰੀ ਟਿਕਟ ਦੇ ਵਿੱਚ $1 ਮਿਲੀਅਨ ਫਾਈਨ ਤੇ 3 ਸਾਲ ਦੀ ਸਜ਼ਾ ਜਿਹੜੀ ਹੈ ਉਹ ਆਪਾਂ ਪਹਿਲਾਂ ਬਹੁਤ ਵਾਰੀ ਗੱਲਬਾਤ ਜਿਹੜੀ ਹੈ ਕਰ ਚੁੱਕੇ ਹਾਂ। ਜ਼ਰੂਰ ਜਾ ਸਕਦੇ ਹਾਂ, ਲੇਕਿਨ ਇੱਕ ਵਾਰੀ ਦੁਬਾਰਾ ਇਸ ਗੱਲ ਨੂੰ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ ਕਿ ਸਾਡੀਆਂ ਸਰਕਾਰਾਂ ਹਾਲੇ ਸਾਨੂੰ ਇਜਾਜ਼ਤ ਨਹੀਂ ਦਿੰਦੀਆਂ ਤੇ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਹਾਲੇ ਸਾਡੇ ਕੌਂਸੂਲੇਟ ਵੀ ਬੰਦ ਨੇ। ਸੋ ਖਬਰ ਹੈ ਜੀ, ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਸੀ। ਅੱਗੇ ਤੁਸੀਂ ਖੁਦ ਵਿਚਾਰ ਕਰ ਸਕਦੇ ਹੋ।
ਵੱਲ ਚੱਲਦੇ ਹਾਂ ਜੀ ਇਸ ਤੋਂ ਬਾਅਦ ਅਗਲੀ ਖਬਰਸਾਰ ਦੇ ਵੱਲ। ਤੇ ਅਗਲੀ ਖਬਰਸਾਰ ਜਿਹੜੀ ਹੈ ਦੋਸਤੋ ਇੱਕ ਬਹੁਤ ਵੱਡੀ ਨਾ ਚਾਹਤ ਹੁੰਦੀ ਹੈ ਹਰ ਇੱਕ ਵਿਅਕਤੀ ਦੀ ਕਿ ਸਾਡਾ ਆਪਣਾ ਕੋਈ ਘਰ ਹੋਵੇ, ਚਾਹੇ ਛੋਟਾ ਜਿਹਾ ਹੋਵੇ ਚਾਹੇ ਵੱਡਾ ਹੋਵੇ, ਲੇਕਿਨ ਕੋਈ ਆਪਣਾ ਘਰ ਹੋਵੇ। ਕੀ ਤੁਸੀਂ ਵੈਨਕੂਵਰ ਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਲੋਕ ਹੋਮਲੈਸ ਨੇ? ਇੱਥੋਂ ਦੇ ਜਿਹੜੇ ਘਰਾਂ ਦੇ ਪ੍ਰਾਈਸਿਸ ਨੇ ਸਿਖਰਾਂ ਨੂੰ, ਅਸਮਾਨ ਨੂੰ ਛੂਹ ਰਹੇ ਨੇ, ਸਿਖਰਾਂ ਤੇ ਪਹੁੰਚੇ ਹੋਏ ਨੇ। ਅਫੋਰਡੇਬਿਲਿਟੀ ਬਹੁਤ ਔਖੀ ਹੈ। ਕਈ ਲੋਕਾਂ ਦੇ ਨਾਲ ਗੱਲਬਾਤ ਇੱਥੋਂ ਤੱਕ ਕੀਤੀ ਗਈ, ਉਹ ਕਹਿੰਦੇ ਅਸੀਂ ਜੌਬ ਕਰਦੇ ਹਾਂ, ਫੁੱਲ ਟਾਈਮ ਜੌਬ ਕਰਦੇ ਹਾਂ, ਫਿਰ ਵੀ ਅਪਾਰਟਮੈਂਟ ਅਫੋਰਡ ਨਹੀਂ ਕਰ ਸਕਦੇ, ਫਿਰ ਵੀ ਅਸੀਂ ਰਹਿਣੇ ਬਾਹਰ ਹਾਂ। ਉਸ ਦੇ ਲਈ ਬਹੁਤ ਵਧੀਆ ਲੋ ਇਨਕਮ ਦੇ ਲਈ ਤੇ ਜਿਹੜੇ ਆਰਵੀ ਪਾਰਕਸ ਨੇ ਉਹਨਾਂ ਵਾਸਤੇ, ਤੇ ਜਿਹੜੇ ਲੋਕ ਬਿਲਕੁਲ ਹੋਮਲੈਸ ਨੇ ਉਹਨਾਂ ਵਾਸਤੇ ਸਿਟੀ ਨੇ ਕੁਝ ਸੋਚਣਾ ਸ਼ੁਰੂ ਕੀਤਾ। ਜਿਹੜੇ ਅਸੀਂ ਤੁਹਾਨੂੰ ਇਹ ਛੋਟੇ ਛੋਟੇ ਘਰ ਵਿਖਾ ਰਹੇ ਹਾਂ ਇਸ ਟਾਈਮ ਦੋਸਤੋ, ਇਹ ਸਿਐਟਲ ਦੇ ਵਿੱਚ ਬਣੇ ਹੋਏ ਨੇ। ਇਹ ਘਰ ਜਿਹੜੇ ਹੈਗੇ ਨੇ ਇਹ ਸੈਕਰਾਮੈਂਟੋ ਦੇ ਵਿੱਚ ਬਣੇ ਹੋਏ ਨੇ। ਹੁਣ ਇਹਨਾਂ ਨੂੰ ਵੇਖਦੇ ਹੋਏ ਸਿਟੀ ਆਫ ਵੈਨਕੂਵਰ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ। ਉਹ ਕਹਿੰਦੇ ਕਿਉਂ ਨਾ ਅਸੀਂ ਵੀ ਇਹੋ ਜਿਹੇ ਘਰ ਬਣਾਈਏ ਜਿਹੜੇ ਬਹੁਤ ਛੋਟੇ ਛੋਟੇ ਹੋਣ, ਜਿੱਥੇ ਨੀਚੇ ਡੈਸਕ ਹੋਵੇ, ਉੱਪਰ ਇੱਕ ਛੋਟਾ ਜਿਹਾ ਮੰਜਾ ਲੱਗਿਆ ਹੋਵੇ, ਐਟਲੀਸਟ ਸਿਰ ਦੇ ਉੱਤੇ ਛੱਤ ਤਾਂ ਹੋਵੇ। ਉਹ ਕਹਿੰਦੇ ਕਿ ਅਸੀਂ ਅਜਿਹੇ ਘਰ ਬਣਾਉਣ ਜਾ ਰਹੇ ਹਾਂ। ਮੇਅਰ ਕੈਨੇਡੀ ਸਟੀਵਰਟ ਨੇ ਗੱਲ ਕੀਤੀ ਹੈ। ਉਹ ਕਹਿੰਦੇ ਵੀ ਪੈਂਡੈਮਿਕ ਦੇ ਵਿੱਚ, ਕਰੋਨਾ ਵਾਇਰਸ ਦੇ ਦੌਰਾਨ ਸਥਿਤੀ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ। ਅਜਿਹੇ ਘਰ ਅਸੀਂ ਵੀ ਬਣਾਉਣ ਦੀ ਸੋਚ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਟ੍ਰੈਟੋਸਕੋਮ ਪਾਰਕ ਦੇ ਵਿੱਚ 300 ਦੇ ਨੇੜੇ ਟੈਂਟ ਲੱਗੇ ਹੋਏ ਨੇ, ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਲੋਕ ਹੋਮਲੈਸ ਜਿਹੜੇ ਨੇ ਉਹ ਤੁਰੇ ਫਿਰਦੇ ਨੇ, ਉਹਨਾਂ ਨੂੰ ਅਸੀਂ ਇੱਕ ਛੋਟੀ ਛੋਟੀ ਛੱਤ ਜਿਹੜੀ ਹੈ ਉਹ ਪ੍ਰੋਵਾਈਡ ਕਰ ਸਕਾਂਗੇ। ਲੈਟਸ ਹੋਪ ਫॉर द ਬੈਸਟ। ਇੱਕ ਘਰ ਹਰ ਇੱਕ ਦੀ ਤਮੰਨਾ ਹੈ ਔਰ ਇਸ ਦੁਨੀਆ ਦੇ ਵਿੱਚ ਇੰਨੇ ਸੋਰਸਿਸ ਨੇ, ਰਿਸੋਰਸਿਸ ਨੇ ਕਿ ਹਰ ਇੱਕ ਨੂੰ ਘਰ ਮਿਲ ਸਕਦਾ ਹੈ। ਜੇ ਸਿਟੀ ਆਫ ਵੈਨਕੂਵਰ ਇਹ ਉਪਰਾਲਾ ਕਰ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੈ ਦੋਸਤੋ। ਵੈਸੇ ਵੀ ਇੱਕ ਖਾਸ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟੋਰਾਂਟੋ, ਕੈਲਗਰੀ ਜਾਂ ਫਿਰ ਮੌਂਟਰੀਅਲ, ਕਿਸੇ ਵੀ ਹੋਰ ਸਿਟੀ ਨਾਲੋਂ ਸਭ ਤੋਂ ਜ਼ਿਆਦਾ ਹੋਮਲੈਸ ਲੋਕ ਜਿਹੜੇ ਨੇ ਉਹ ਵੈਨਕੂਵਰ ਦੇ ਵਿੱਚ ਨੇ। ਐਸੇ ਤਰੀਕੇ ਅਮਰੀਕਾ ਦੇ ਵਿੱਚ ਨਿਊਯਾਰਕ ਨਾਲੋਂ, ਸ਼ਿਕਾਗੋ ਨਾਲੋਂ, ਹੋਰ ਜਗ੍ਹਾਵਾਂ ਨਾਲੋਂ ਕੈਲੀਫੋਰਨੀਆ ਵਿੱਚ ਜ਼ਿਆਦਾ ਨੇ, ਕਿਉਂਕਿ ਇੱਥੋਂ ਦੇ ਵੈਦਰ ਦੇ ਵਿੱਚ ਬਾਹਰ ਰਹਿਣਾ, ਬਾਹਰ ਪੈਣਾ ਸਰਵਾਈਵਲ ਹੋ ਸਕਦੀ ਹੈ। ਲੇਕਿਨ ਟੋਰਾਂਟੋ ਦੇ ਵਿੱਚ ਜਾਂ ਫਿਰ ਨਿਊਯਾਰਕ ਦੇ ਵਿੱਚ ਸਰਵਾਈਵਲ ਔਖੀ ਹੈ। ਵੈਲ ਇਸ ਤੋਂ ਬਾਅਦ ਜਿਹੜੀ ਅਗਲੀ ਖਬਰਸਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ, ਉਹ ਹੈ ਕਿ ਕਰੋਨਾ ਵਾਇਰਸ ਦੇ ਜਿਹੜੇ ਕੇਸਿਸ ਨੇ ਤੁਹਾਨੂੰ ਪਤਾ ਹੈਗਾ ਬਹੁਤ ਜ਼ਿਆਦਾ ਹੋ ਗਏ ਨੇ। 2,94,00,000 ਤੋਂ ਅਸੀਂ ਕਿਤੇ ਉੱਪਰ ਜਾ ਚੁੱਕੇ ਹਾਂ ਔਰ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ 93,000 ਤੋਂ ਉੱਪਰ ਪਹੁੰਚ ਗਈ ਹੈ। ਲੇਕਿਨ ਹਾਲੇ ਵੀ ਕੁਝ ਲੋਕਾਂ ਨੂੰ ਐਂ ਲੱਗਦਾ ਹੈ ਕਿ ਕਰੋਨਾ ਵਾਇਰਸ ਤਾਂ ਚੀਜ਼ ਹੀ ਕੋਈ ਨਹੀਂ ਹੈ ਜੀ, ਐਵੇਂ ਫਾਲਤੂ ਬਣਾ ਰੱਖਿਆ। ਔਰ ਐਸੇ ਤਰੀਕੇ ਦੇ ਦੋ ਜਿਹੜੇ ਨੇ ਉਹ ਪ੍ਰੋਟੈਸਟ ਕੀਤੇ ਗਏ ਨੇ। ਇੱਕ ਤਾਂ ਮੌਂਟਰੀਅਲ 'ਚ ਹੋਇਆ, ਇੱਕ ਸਾਡੇ ਵੈਨਕੂਵਰ ਦੇ ਵਿੱਚ ਹੋਇਆ। ਇੱਕ ਸੈਟਰਡੇ ਨੂੰ ਕੀਤਾ ਗਿਆ, ਇੱਕ ਸੰਡੇ ਨੂੰ ਕੀਤਾ ਗਿਆ। ਉਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜਾ ਮੌਂਟਰੀਅਲ 'ਚ ਹੋਇਆ ਉਹਦੇ ਵਿੱਚ ਹਜ਼ਾਰਾਂ, ਤੇ ਜਿਹੜਾ ਵੈਨਕੂਵਰ ਦੇ ਵਿੱਚ ਹੋਇਆ ਉਸ ਪ੍ਰੋਟੈਸਟ ਦੇ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਸੈਂਕੜੇ ਲੋਕਾਂ ਦਾ ਉੱਥੇ ਮੰਨਣਾ ਇਹ ਗੱਲ ਸੀ, ਉਹ ਕਹਿੰਦੇ ਵੀ ਆਕਸੀਜਨ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਕਹਿੰਦੇ ਵੈਨਕੂਵਰ ਆਰਟ ਗੈਲਰੀ ਦੇ ਸਾਹਮਣੇ ਜਦੋਂ ਲੋਕ ਇਕੱਠੇ ਹੋਏ ਨਾ, ਉਹ ਕਹਿੰਦੇ ਅਸਲ ਪੈਂਡੈਮਿਕ ਕਰੋਨਾ ਵਾਇਰਸ ਨਹੀਂ, ਅਸਲ ਪੈਂਡੈਮਿਕ ਡਰ ਹੈ ਜਿਹੜਾ ਸਾਡੇ ਦਿਲਾਂ 'ਚ ਤੁਸੀਂ ਬਿਠਾ ਰਹੇ ਹੋ। ਉਹ ਕਹਿੰਦੇ ਸਾਹ ਲੈਣਾ ਕ੍ਰਾਈਮ ਨਹੀਂ ਹੈਗਾ। ਔਰ ਇਹ ਵੀ ਲੋਕਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਗੱਲ ਕੀਤੀ ਹੈ। ਉਹ ਕਹਿੰਦੇ ਲਿਸਨ, ਅਸੀਂ ਆਪਣੀਆਂ ਜਿਹੜੀਆਂ ਪਰਿਵਾਰ ਨੇ ਨਾ ਉਹਨਾਂ ਨੂੰ ਬਰੀ ਕਰਨਾ, ਉਹਨਾਂ ਨੂੰ ਮਰਿਆਂ ਤੋਂ ਬਾਅਦ ਦੱਬਣਾ ਜ਼ਿਆਦਾ ਪਸੰਦ ਕਰਾਂਗੇ, ਇਨਸਟੈਡ ਆਫ ਕਿ ਉਹ ਇਹ ਸੋਚਣ ਕਿ ਅਸੀਂ ਕਰੋਨਾ ਵਾਇਰਸ ਨਾਲ ਘੁੱਟ-ਘੁੱਟ ਕੇ ਮਰੀ ਜਾਣਾ। ਆਹ ਜਿਹੜਾ ਤੁਹਾਨੂੰ ਪੋਸਟਰ ਦਿਖਾ ਰਹੇ ਆ ਇਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸਾਫ਼ ਲਫ਼ਜ਼ਾਂ ਦੇ ਵਿੱਚ, ਉਹ ਕਹਿੰਦੇ ਸਾਨੂੰ ਕਰੋਨਾ ਵਾਇਰਸ ਤੋਂ ਉਨਾ ਡਰ ਨਹੀਂ ਹੈ ਜਿੰਨਾ ਕਿ ਬੇਸਿਕਲੀ ਸਾਨੂੰ ਡਰਾਇਆ ਜਾ ਰਿਹਾ ਹੈ। ਲੇਕਿਨ ਦੋਸਤੋ ਸੱਚੀ ਮਾਇਨਿਆਂ ਦੇ ਵਿੱਚ ਗੱਲ ਪਤਾ ਕੀ ਹੈ, ਇਹ ਲੋਕ ਐਂਟੀ ਮਾਸਕ ਦੇ ਵਾਸਤੇ ਇਹਨਾਂ ਨੇ ਪ੍ਰੋਟੈਸਟ ਕੀਤਾ। ਵੈਕਸੀਨ ਦੇ ਐਂਟੀ ਜਿਹੜੀਆਂ ਨੇ ਉੱਥੇ ਸਪੀਚਿਸ ਕੀਤੀਆਂ ਗਈਆਂ। ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉੱਥੇ ਜਿੰਨੇ ਲੋਕ ਇਕੱਠੇ ਹੋਏ ਉਹਨਾਂ ਦੇ ਮਾਸਕ ਨਹੀਂ ਸੀ ਪਾਏ ਹੋਏ। ਮੌਂਟਰੀਅਲ ਦੇ ਵਿੱਚ ਐਡਾ ਵੱਡਾ ਇਕੱਠ ਬਿਨਾਂ ਮਾਸਕ ਤੋਂ, ਜਿੱਥੇ ਹਾਲੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਸਾਡੇ ਇੱਥੇ ਸਾਰਾ ਕੁਝ ਕੈਨੇਡਾ ਵਿੱਚ ਕੰਟਰੋਲ ਹੈ।
ਕੈਨੇਡਾ ਵਿੱਚ ਕੱਲ 1351 ਨਵੇਂ ਕੇਸਿਸ ਆਏ ਨੇ ਔਰ 8 ਮੌਤਾਂ ਹੋਈਆਂ ਨੇ। 1,38,000 ਤੋਂ ਉੱਪਰ ਸਾਡੇ ਕੇਸਿਸ ਦੀ ਗਿਣਤੀ ਪਹੁੰਚ ਗਈ ਹੈ ਔਰ ਇਸ ਤੋਂ ਬਾਅਦ ਇਹ ਸਾਰੇ ਲੋਕ ਇਕੱਠੇ ਹੋ ਕੇ ਮੁਜ਼ਾਹਰਾ ਕਰ ਰਹੇ ਨੇ। ਠੀਕ ਹੈ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਮੂੰਹ ਤੇ ਮਾਸਕ ਨਹੀਂ, ਔਰ ਜਦ ਕਿ ਸਰਕਾਰਾਂ ਨੇ ਇੱਥੋਂ ਤੱਕ ਗੱਲਬਾਤ ਕੀਤੀ ਹੋਈ ਹੈ। ਉਹ ਕਹਿੰਦੇ ਵੈਨਕੂਵਰ ਪੁਲਿਸ ਡਿਪਾਰਟਮੈਂਟ $2,000 ਤੱਕ ਦਾ ਫਾਈਨ ਕਰ ਸਕਦਾ ਜਿੱਥੇ 50 ਤੋਂ ਵੱਧ ਲੋਕ ਇਕੱਠੇ ਹੋਣ, ਤੇ ਇਹ ਲੋਕ ਸੈਂਕੜਿਆਂ ਦੇ ਵਿੱਚ ਇਕੱਠੇ ਹੋਏ ਵੇ ਸੀ। ਹੁਣ ਇਹਨਾਂ ਨੂੰ ਕੀ ਸਮਝਾਇਆ ਜਾਵੇ? ਜੇ ਤੁਸੀਂ ਦੇਖੋ ਤਾਂ ਕਿਸੇ ਦੇ ਮੂੰਹ ਦੇ ਉੱਪਰ ਮਾਸਕ ਨਹੀਂ ਹੈ। ਇਹ ਤਾਂ ਧੱਕਾਸ਼ਾਹੀ ਨਹੀਂ ਹੈ ਕਰੋਨਾ ਵਾਇਰਸ ਨੂੰ ਵਧਾਉਣ ਦੇ ਵਾਸਤੇ। ਵੈਲ ਲੈਟਸ ਹੋਪ ਫॉर द बेस्ट ਜੀ ਕਿ ਇਹ ਦੁਨੀਆ ਨੂੰ ਸਮਝ ਆ ਜਾਏ ਤੇ ਇਹ ਥੋੜਾ ਜਿਹਾ ਸੋਚਣਾ ਸ਼ੁਰੂ ਕਰ ਦੇਣ ਕਿ ਕਰੋਨਾ ਵਾਇਰਸ ਸਿਰਫ ਔਰ ਸਿਰਫ ਸਾਡੇ ਹੱਥਾਂ ਦੇ ਵਿੱਚ ਆ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਉਹਦੇ ਤੋਂ ਨਿਜਾਤ ਪਾ ਸਕਦੇ ਹਾਂ। ਸਾਡੀ ਅੱਜ ਦੀ ਆਖਰੀ ਖਬਰ ਹੈ ਜੀ, BC ਦੇ ਵਿੱਚ ਵੈਨਕੂਵਰ ਦੇ ਬਿਲਕੁਲ ਨਾਲ ਸਕੁਆਮਿਸ਼ ਇੱਕ ਸ਼ਹਿਰ ਹੈ ਜਿਹਦੇ ਵਿੱਚ ਕਿ ਇੱਕ ਕੰਡੋਲਾ ਹੈ। ਕੰਡੋਲਾ ਜਿਹੜੀ ਉਹ ਛੋਟੀ ਜੀ ਬੱਗੀ ਜਿਹਦੇ ਵਿੱਚ ਬੈਠ ਕੇ 8-10 ਲੋਕ ਬੈਠਦੇ ਆ, ਤਾਰਾਂ ਨਾਲ ਬੰਨੀ ਹੁੰਦੀ ਹੈ ਤੇ ਹੌਲੀ 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 ਸਾਨੂੰ ਬਿਲਕੁਲ ਪਹਾੜ ਦੀ ਟੀਸੀ ਤੇ ਲੈ ਜਾਂਦੀ ਹੈ। ਉਸ ਦੀ ਜਿਹੜੀ ਉਹ ਤਾਰ ਹੈ ਉਹ ਇੱਕ ਵਾਰੀ ਨਹੀਂ, ਇਸ ਵਾਰੀ ਦੂਸਰੀ ਵਾਰੀ ਕੱਟੀ ਗਈ ਹੈ। ਪਹਿਲਾਂ ਕਹਿੰਦੇ ਜੀ ਇਹ ਵੈਨਕੂਵਰ ਦੇ ਨਾਰਥ ਦੇ ਵਿੱਚ ਸਕੁਆਮਿਸ਼ ਦੇ ਵਿੱਚ ਉਹ ਕਹਿੰਦੇ 2019 ਦੇ ਵਿੱਚ ਵੀ ਇਹ ਕੇਬਲ ਕੱਟੀ ਗਈ ਸੀ, ਹੁਣ ਫੇਰ ਕੱਟਤੀ ਗਈ ਹੈ। ਹੁਣ ਇਸ ਟਾਈਮ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਤੇ ਉਸ ਤੋਂ ਬਾਅਦ RCMP ਨੇ ਕਿਹਾ ਹੈਗਾ ਵੀ ਕੁਛ ਨਾ ਕੁਛ ਸਾਨੂੰ ਖਰਾਬੀ ਲੱਗਦੀ ਹੈ, ਇਹ ਕੁਝ ਨਾ ਕੁਝ ਵੇਖਣਾ ਪੈਣਾ ਬਹੁਤ ਚੰਗੇ ਤਰੀਕੇ ਦੇ ਨਾਲ। ਉਹ ਕਹਿੰਦੇ ਇਨਵੈਸਟੀਗੇਸ਼ਨ ਜਾਰੀ ਹੈ। ਇਹ ਲਾਸਟ ਟਾਈਮ ਚੱਲੀ ਸੀ ਜੀ ਮੰਡੇ ਨੂੰ ਸ਼ਾਮ ਨੂੰ 4 ਵਜੇ ਤੇ ਉਸ ਤੋਂ ਬਾਅਦ ਇਹਦੀਆਂ ਤਾਰਾਂ ਕਿਵੇਂ ਕੱਟੀਆਂ ਗਈਆਂ, ਇਹ ਬੋਗੀਆਂ ਕਿਵੇਂ ਨੀਚੇ ਗਿਰੀਆਂ, ਇਹਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ, ਲੇਕਿਨ ਜ਼ਰੂਰ ਜਲਦੀ ਉਹ ਪਤਾ ਲੱਗ ਜਾਏਗਾ। ਤੇ ਉਸ ਤੋਂ ਬਾਅਦ ਬੜੀ ਮਹਿੰਗੀ ਇਹਨਾਂ ਦੀ ਰਿਪੇਅਰ ਹੁੰਦੀ ਹੈ, ਇਹ ਤੇ ਮਿਲੀਅਨਸ ਆਫ ਡਾਲਰਸ ਲੱਗਦੇ ਨੇ। ਦੁਬਾਰਾ ਤੋਂ ਇੰਨੇ ਪੈਸੇ ਲਗਾਉਣੇ, ਵੈਸੇ ਕਿਹਾ ਜਾ ਰਿਹਾ ਕਿ ਉਹ ਜਲਦੀ ਤੋਂ ਜਲਦੀ ਤਿਆਰ ਹੋ ਜਾਏਗੀ, ਹਾਲ ਦੀ ਘੜੀ ਬੰਦ ਹੈ, ਬਟ ਉਸ ਵਿਅਕਤੀ ਨੂੰ ਜਾਂ ਉਸ ਗਿਰੋਹ ਨੂੰ ਜਾਂ ਕਿਸ ਤਰ੍ਹਾਂ ਇਹ ਟੁੱਟਦੀ ਹੈ ਪਤਾ ਜ਼ਰੂਰ ਲੱਗਣਾ ਚਾਹੀਦਾ, ਅਦਰਵਾਈਜ਼ ਇੰਨੇ ਪੈਸੇ ਜਿਹੜੇ ਨੇ ਇਹ ਵੇਸਟ ਹੁੰਦੇ ਨੇ। ਔਰ ਦੂਸਰੀ ਵੱਡੀ ਗੱਲ, ਥੈਂਕ ਗॉड ਕਿ ਉਸ ਟਾਈਮ ਇਹ ਚੱਲ ਨਹੀਂ ਸੀ ਰਹੀ, ਕੋਈ ਵਿਅਕਤੀ ਕੋਈ ਜਿਹੜਾ ਉੱਥੇ ਵਰਕਰ ਸੀ ਇਹਦੇ ਵਿੱਚ ਬੈਠਾ ਨਹੀਂ ਸੀ ਹੋਇਆ। ਸੋ ਅਜਿਹੀ ਕੋਈ ਵੀ ਖਬਰ ਨਹੀਂ ਆਈ ਕਿ ਕਿਸੇ ਦੇ ਸੱਟ ਲੱਗੀ ਜਾਂ ਕਿਸੇ ਦੀ ਜਾਨ ਗਈ, ਬਟ ਕੰਡੋਲਾ ਟੁੱਟ ਕੇ ਡਿੱਗਣਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਖਬਰ ਹੈ। ਦੋਸਤੋ ਵੱਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈਗਾ ਇੱਥੇ ਖਤਮ ਨਹੀਂ ਹੁੰਦਾ। ਇਸ ਤੋਂ ਬਾਅਦ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੈਜ਼ ਗਿੱਲ ਜੀ ਦੇ ਨਾਲ, ਔਰ ਖਾਸ ਨਾ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਾਂ ਬਾਤਾਂ ਹੋਣਗੀਆਂ। ਵਿਸ਼ਾ ਕੁਝ ਵੱਖਰਾ ਹੈ ਔਰ ਵੱਖਰਾ ਵੀ ਇੰਨਾ ਕਿ ਜਿਹਦੇ ਵਿੱਚ ਕਿ ਦੁਨੀਆ ਦਾ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੋਣਾ ਜਿਹਨੂੰ ਇੰਟਰਸਟ ਨਾ ਹੋਵੇ। ਵੱਲ ਮੈਂ ਤੁਹਾਨੂੰ ਦੱਸਣਾ ਨਹੀਂ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਹੁਣੇ ਵਾਪਸ ਆਉਣੇ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।